ਹਰ ਸਾਲ ਅਸੀਂ ਇਹੀ ਮਤਲਬ ਸਾਨੂੰ ਸੁਣਨ ਨੂੰ ਮਿਲਦਾ ਹੈ ਕਿ ਇਸ ਵਾਰ ਗਰਮੀ ਬਹੁਤ ਜ਼ਿਆਦਾ ਹੈ ਔਰ ਇਸ ਵਾਰ ਜਿਹੜੀ ਗਰਮੀ ਹੈ ਬਹੁਤ ਜਲਦੀ ਆ ਗਈ ਹੈ। ਅਗਰ ਆਪਾਂ ਇਸ ਸਾਲ ਦੀ ਗੱਲ ਕਰੀਏ ਕਿ ਮਾਰਚ ਦੇ ਵਿੱਚ ਹੀ ਹੈ, ਮਿਡ ਆਫ ਮਾਰਚ ਜਿਹੜਾ ਹੈ ਟੈਂਪਰੇਚਰ ਬਹੁਤ ਜ਼ਿਆਦਾ ਹਾਈ ਜਾ ਰਿਹਾ ਹੈ ਮਾਰਚ ਤੋਂ ਲੈ ਕੇ। ਤਾਂ ਇਹਦੇ ਵਿੱਚ ਕੀ ਹੈ ਕਿ ਜਿਹੜੇ ਸਾਨੂੰ ਹੈਲਥ ਇਸ਼ੂਜ਼ ਕੀ ਆ ਰਹੇ ਨੇ, ਅਗਰ ਆਪਾਂ ਦੇਖੀਏ ਕਿ ਅਸੀਂ ਡਾਈਟ ਬਾਰੇ ਕਿਉਂ ਗੱਲ ਕਰ ਰਹੇ ਹਾਂ, ਬਿਕਾਜ਼ ਗਰਮੀ ਦਾ ਜਿਹੜਾ ਇਸ ਗਰਮੀ ਕਰਕੇ ਸਾਨੂੰ ਸਭ ਤੋਂ ਜਿਹੜੀ ਕਾਮਨ ਪ੍ਰੋਬਲਮ ਹੁੰਦੀ ਹੈ ਉਹ ਹੈ ਡੀਹਾਈਡਰੇਸ਼ਨ, ਕਿ ਸਾਡੇ ਸਰੀਰ ਦੇ ਵਿੱਚ ਜਿਹੜੀ ਹੈ ਪਾਣੀ ਦੀ ਕਮੀ ਹੋ ਜਾਂਦੀ ਹੈ। ਇਹ ਮੈਂ ਥੋੜਾ ਦੱਸਣਾ ਚਾਹੂੰਗੀ ਕਿ ਕਿਉਂ ਜ਼ਰੂਰੀ ਹੈ, ਕਿਉਂ ਸਾਡੀ ਬੋਡੀ ਦੇ ਵਿੱਚ ਪਾਣੀ ਦੀ ਕਮੀ ਕਿਉਂ ਹੁੰਦੀ ਹੈ। ਦੇਖੋ, ਸਾਡੀ ਬੋਡੀ ਦਾ ਜਿਹੜਾ ਨਾਰਮਲ ਟੈਂਪਰੇਚਰ ਹੈ ਉਹ ਹੁੰਦਾ ਹੈਗਾ 97.7 ਟੂ 98.6 ਦੇ ਵਿਚਕਾਰ, ਜਿਹੜਾ ਅਸੀਂ ਫਾਰਨਹੀਟ ਅਸੀਂ ਲੈਂਦੇ ਹਾਂ। ਜਦੋਂ ਅਸੀਂ ਕੋਈ ਵੀ ਇਨਸਾਨ ਏਸੀ ਰੂਮ ਦੇ ਵਿੱਚ ਬੈਠਾ ਹੈ ਜਾਂ ਆਪਣੀ ਕਾਰ ਦੇ ਵਿੱਚ ਬੈਠਾ ਹੈ, ਜਦੋਂ ਅਸੀਂ ਇੱਕਦਮ ਬਾਹਰ ਗਰਮੀ 'ਚ ਜਾਵਾਂਗੇ ਤਾਂ ਸਾਡਾ ਜਿਹੜਾ ਸਰੀਰ ਹੈ ਉਹ ਕੋਸ਼ਿਸ਼ ਕਰਦਾ ਹੈ ਕਿ ਮੈਂ ਆਪਣਾ ਜਿਹੜਾ ਨਾਰਮਲ ਟੈਂਪਰੇਚਰ ਹੈ ਬੋਡੀ ਦਾ ਉਹਨੂੰ ਮੇਨਟੇਨ ਕਰਾਂ। ਤਾਂ ਕੀ ਹੁੰਦਾ ਹੈ ਕਿ ਸਾਨੂੰ ਸਵੈਟਿੰਗ ਹੁੰਦੀ ਹੈ, ਪਸੀਨਾ ਆਉਂਦਾ ਹੈ, ਤਾਂ ਉਸ ਨਾਲ ਕੀ ਹੈ ਸਾਡਾ ਸਰੀਰ ਠੰਡਾ ਹੋ ਜਾਂਦਾ ਹੈ। ਪਰ ਜਦੋਂ ਇਹ ਸਵੈਟਿੰਗ ਹੁੰਦੀ ਹੈ ਵਾਰ-ਵਾਰ, ਤਾਂ ਸਾਡੇ ਸਰੀਰ ਦੇ ਵਿੱਚ ਕੀ ਹੈ ਪਾਣੀ ਦੀ ਕਮੀ ਹੋ ਜਾਂਦੀ ਹੈ ਔਰ ਕੁਝ ਜਿਹੜੇ ਇਲੈਕਟ੍ਰੋਲਾਈਟਸ ਨੇ, ਲਾਈਕ ਜਿਵੇਂ ਸੋਡੀਅਮ ਹੈ, ਪੋਟਾਸ਼ੀਅਮ ਹੈ, ਉਹਦਾ ਵੀ ਕੀ ਹੈ ਬੋਡੀ ਦੇ ਵਿੱਚ ਲਾਸ ਹੁੰਦਾ ਹੈ। ਤਾਂ ਜਿਸ ਕਰਕੇ ਸਾਨੂੰ ਥਕਾਵਟ ਮਹਿਸੂਸ ਹੁੰਦੀ ਹੈ, ਸਾਡੀ ਬੋਡੀ ਦੇ ਵਿੱਚ એનર્ਜੀ ਨਹੀਂ ਹੁੰਦੀ। ਔਰ ਅਗਰ ਅਸੀਂ ਜ਼ਿਆਦਾ ਟਾਈਮ ਗਰਮੀ ਦੇ ਵਿੱਚ ਰਹਿੰਦੇ ਹਾਂ, ਫਿਰ ਕੀ ਹੈ ਜਿਹੜੀ ਇਸ ਤੋਂ ਅਗਲੀ ਸਟੇਜ ਆਪਾਂ ਕਹਿ ਦਈਏ ਜਿਹਨੂੰ ਅਸੀਂ ਬੋਲਦੇ ਹਾਂ ਹੀਟ ਸਟ੍ਰੋਕ, ਕਿ ਬੰਦਾ ਇੰਨੀ ਗਰਮੀ ਦੇ ਨਾਲ ਕੀ ਹੁੰਦਾ ਹੈ ਕਿ ਇਦਾਂ ਦੀ ਕੰਡੀਸ਼ਨ ਵੀ ਹੁੰਦੀ ਹੈ ਕਿ ਕਈ ਵਾਰ ਬੇਹੋਸ਼ ਵੀ ਹੋ ਜਾਂਦੀ ਹੈ, ਤੁਹਾਡੀ ਸਕਿਨ ਤੇ ਰੈਸ਼ਸ ਹੋ ਜਾਂਦੀ ਹੈ। ਸੋ ਕਾਫੀ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਇਹਦੇ ਵਿੱਚ ਗਰਮੀ ਦੇ ਦੌਰਾਨ ਫੇਸ ਕਰਨੀਆਂ ਪੈਂਦੀਆਂ। ਤਾਂ ਅਸੀਂ ਇਹਨਾਂ ਚੀਜ਼ਾਂ ਤੋਂ ਕਿਵੇਂ ਬਚ ਸਕਦੇ ਹਾਂ? ਜਿਸ ਤਰ੍ਹਾਂ ਕਿ ਆਪਾਂ ਕਹਿੰਦੇ ਕਿ ਕੀ ਸਾਨੂੰ ਡਾਈਟ ਹੈ ਜਿਹੜੀ ਲੈਣੀ ਚਾਹੀਦੀ ਹੈ। ਦੇਖੋ, ਸਭ ਤੋਂ ਜ਼ਰੂਰੀ ਜਿਹੜੀ ਚੀਜ਼ ਹੈ ਉਹ ਹੈਗੇ ਲਿਕੁਇਡਸ, ਫਲੂਇਡਸ, ਕਿ ਨਾਰਮਲੀ ਵੀ ਇੱਕ ਇਨਸਾਨ ਨੂੰ ਰੋਜ਼ਾਨਾ 1.5 ਤੋਂ 2 ਲੀਟਰ ਜਿਹੜਾ ਪਾਣੀ ਹੈ ਉਹ ਲੈਣਾ ਚਾਹੀਦਾ। ਬਟ ਅਗਰ ਤੁਸੀਂ ਧੁੱਪ ਦੇ ਵਿੱਚ ਵਾਰ-ਵਾਰ ਜਾਂਦੇ ਹੋ ਜਾਂ ਤੁਸੀਂ ਵਰਕਿੰਗ ਹੋ ਜਾਂ ਤੁਹਾਡਾ ਕੰਮ ਇਦਾਂ ਦਾ ਹੈ ਕਿ ਅਸੀਂ ਇੱਕ ਆਫਿਸ ਦੇ ਵਿੱਚ ਆਪਾਂ ਕਹਿੰਦੇ ਏਸੀ ਆਫਿਸ ਦੇ ਵਿੱਚ ਬੈਠ ਕੇ ਕੰਮ ਨਹੀਂ ਕਰ ਰਹੇ, ਫਿਰ ਵੀ ਨਾਰਮਲੀ ਕੀ ਹੈ ਕਿ ਸਾਡਾ ਜਿਹੜਾ ਲਿਕੁਇਡ ਇਨਟੇਕ ਹੈ ਉਹ ਚੰਗਾ ਹੋਣਾ ਚਾਹੀਦਾ ਹੈ। ਹਮੇਸ਼ਾ ਆਪਣੇ ਨਾਲ ਜਿਹੜੀ ਪਾਣੀ ਦੀ ਬੋਟਲ ਹੈ ਉਹ ਜ਼ਰੂਰ ਕੈਰੀ ਕਰੋ। ਤੇ ਕੁਝ ਸਪੈਸੀਫਿਕ ਚੀਜ਼ਾਂ ਨੇ ਜਿਹੜੀਆਂ ਅਸੀਂ ਇਨਟੇਕ ਜਿਨ੍ਹਾਂ ਦਾ ਵਧਾਉਣਾ ਹੈ ਫਲੂਇਡਸ ਦੇ ਵਿੱਚ, ਜਿਵੇਂ ਕਿ ਲੈਮਨ ਵਾਟਰ, ਨਿੰਬੂ ਪਾਣੀ ਜਿਸ ਨੂੰ ਅਸੀਂ ਕਹਿੰਦੇ ਹਾਂ। ਫਿਰ ਨਾਰੀਅਲ ਪਾਣੀ ਕੀ ਹੈ ਬਹੁਤ ਹੀ ਇੱਕ ਮਤਲਬ ਸਭ ਤੋਂ ਬੈਸਟ ਚੀਜ਼ ਹੈ, ਬਿਕਾਜ਼ ਜਿਹੜੇ ਸਾਡੇ ਇਲੈਕਟ੍ਰੋਲਾਈਟ ਜਿਹੜੇ ਲਾਸ ਹੁੰਦੇ ਆ ਡਿਊਰਿੰਗ ਸਵੈਟਿੰਗ ਦੇ ਦੌਰਾਨ, ਤਾਂ ਕੀ ਹੈ ਜਿਹੜਾ ਕੋਕੋਨਟ ਵਾਟਰ ਹੈ ਉਹਦੇ ਵਿੱਚ ਸਭ ਤੋਂ ਜ਼ਿਆਦਾ ਕੁਆਂਟੀਟੀ ਦੇ ਵਿੱਚ ਪੋਟਾਸ਼ੀਅਮ ਪਾਇਆ ਜਾਂਦਾ ਹੈ। ਉਸੇ ਤਰ੍ਹਾਂ ਕੁਝ ਫਰੂਟਸ ਵੀ ਨੇ, ਜਿਵੇਂ ਕਿ ਬਨਾਨਾ, ਕੇਲਾ ਜੋ ਅਸੀਂ ਖਾਂਦੇ ਹਾਂ ਉਹਦੇ ਵਿੱਚ ਕੀ ਹੈ ਪੋਟਾਸ਼ੀਅਮ ਬਹੁਤ ਜ਼ਿਆਦਾ ਮਾਤਰਾ 'ਚ ਹੁੰਦਾ ਹੈ। ਲੱਸੀ ਲੈ ਸਕਦੇ ਹੋ, ਛਾਛ ਹੈ ਉਹ ਲੈ ਸਕਦੇ ਹੋ, ਜਲਜੀਰੇ ਦਾ ਪਾਣੀ ਹੈ, ਆਮ ਪੰਨਾ ਵੀ ਹੈ, ਜਿਹੜੇ ਕਈ ਘਰਾਂ ਦੇ ਵਿੱਚ ਲੋਕੀ ਆਮ ਪੰਨਾ ਵੀ ਬਣਾਉਂਦੇ ਹੈ। ਔਰ ਕੁਝ ਜਿਵੇਂ ਆਪਾਂ ਕਹਿੰਦੇ ਆ ਜੂਸਸ ਹੈ, ਬੈਟਰ ਹੈ ਕਿ ਫਰੈਸ਼ ਜੂਸਸ, ਨਾਟ ਜਿਹੜੇ ਪੈਕ ਜੂਸਸ ਆਉਂਦੇ ਆ, ਬਿਕਾਜ਼ ਉਹਨਾਂ ਦੇ ਵਿੱਚ ਆਲਰੇਡੀ ਇੰਨੀ ਸ਼ੂਗਰ ਹੁੰਦੀ ਹੈ ਕਿ ਜਿੰਨਾ ਅਸੀਂ ਉਹਨਾਂ ਦਾ ਇਨਟੇਕ ਕਰਾਂਗੇ ਸਾਨੂੰ ਪਿਆਸ ਵੀ ਹੋਰ ਲੱਗੇਗੀ ਤੇ ਬੋਡੀ ਦੇ ਵਿੱਚ ਕੀ ਹੈ ਹੋਰ ਜਿਹੜੀ ਡਾਇਰੀਆ ਵਰਗੀਆਂ ਪ੍ਰੋਬਲਮਸ ਵੀ ਸਾਨੂੰ ਹੋ ਸਕਦੀਆਂ ਨੇ। ਇਸ ਤੋਂ ਇਲਾਵਾ ਆਪਾਂ ਡਾਈਟ ਦੇ ਵਿੱਚ ਗੱਲ ਕਰੀਏ ਕਿ ਜਿਹੜੇ ਫਰੂਟਸ ਨੇ, ਵੈਜੀਟੇਬਲਸ ਨੇ, ਜਿਹੜੇ ਸੀਜ਼ਨਲ ਹੁੰਦੇ ਆ, ਸਭ ਤੋਂ ਪਹਿਲਾਂ ਆਪਾਂ ਜਦੋਂ ਗਰਮੀਆਂ ਦੀ ਗੱਲ ਕਰਦੇ ਹਾਂ, ਮੈਂਗੋ ਹੈ, ਵਾਟਰਮੈਲਨ ਹੈ, ਮੈਲਨ, ਤਰਬੂਜ ਕਹਿ ਦਿੰਦੇ ਆ, ਬਾਕੀ ਜਿੰਨੀਆਂ ਵੀ ਵੈਜੀਟੇਬਲਸ ਆ ਜਾਂਦੀਆਂ, ਬਾਕੀ ਜਿਵੇਂ ਅਸੀਂ ਸੈਲਡ ਦੇ ਵਿੱਚ ਖੀਰਾ, ਕੁਕੰਬਰ ਹੈ, ਟੋਮੇਟੋਜ਼ ਹੈ, ਔਰ ਅਨੀਅਨ ਜੋ ਪਿਆਜ਼ ਹੈ, ਉਹ ਗਰਮੀਆਂ ਦੇ ਵਿੱਚ ਖਾਣਾ ਬਹੁਤ ਹੀ ਫਾਇਦੇਮੰਦ ਹੈ। ਸੋ ਇਹਨਾਂ ਚੀਜ਼ਾਂ ਨੂੰ ਆਪਣੇ ਰੂਟੀਨ ਦੇ ਵਿੱਚ ਐਡ ਕਰੋ, ਕਿਉਂਕਿ ਇਹਨਾਂ ਦੇ ਵਿੱਚ ਜਿਹੜਾ ਪਾਣੀ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ ਕਿ ਜਦੋਂ ਅਸੀਂ ਇਹ ਚੀਜ਼ਾਂ ਖਾਵਾਂਗੇ ਸਾਨੂੰ ਐਂਟੀਆਕਸੀਡੈਂਟਸ ਵੀ ਮਿਲਣੇ ਆ, ਸਾਡੀ ਬੋਡੀ ਦੇ ਵਿੱਚ ਜਿਹੜੀ ਫਲੂਇਡ ਦੀ ਕਮੀ ਹੁੰਦੀ ਹੈ ਜਾਂ ਫਲੂਇਡ ਦੀ ਕਮੀ ਕਹਿ ਲਓ ਉਹ ਵੀ ਪੂਰੀ ਕਰਦੇ ਆ, ਤੇ ਹੋਰ ਵੀ ਬਹੁਤ ਸਾਰੇ ਜਿਹੜੇ ਜ਼ਰੂਰੀ ਨਿਊਟ੍ਰੀਐਂਟਸ ਹੈ, ਵਿਟਾਮਿਨਸ ਹੈ, ਮਿਨਰਲਸ ਹੈ, ਉਹ ਵੀ ਸਾਡੀ ਬੋਡੀ ਦੇ ਵਿੱਚ ਕੀ ਹੈ ਪੂਰੇ ਹੋ ਜਾਂਦੇ ਆ। ਔਰ ਇਸ ਤੋਂ ਇਲਾਵਾ ਕੁਝ ਇਦਾਂ ਦੀਆਂ ਵੀ ਚੀਜ਼ਾਂ ਨੇ ਜਿਹੜੀਆਂ ਸਾਨੂੰ ਅਵੋਇਡ ਕਰਨੀਆਂ ਚਾਹੀਦੀਆਂ। ਆਪਾਂ ਸਿਰਫ ਇਹ ਗੱਲ ਨਹੀਂ ਕਰ ਰਹੇ ਕਿ ਸਾਨੂੰ ਕੀ ਖਾਣਾ ਚਾਹੀਦਾ, ਬਟ ਕਈ ਵਾਰ ਕੀ ਹੁੰਦਾ ਅਸੀਂ ਉਹ ਚੀਜ਼ਾਂ ਵੀ ਖਾਂਦੇ ਆ ਜਿਹਦੇ ਨਾਲ ਸਾਡੀ ਬੋਡੀ ਕੀ ਹੈ ਡੀਹਾਈਡਰੇਟ ਹੋ ਜਾਂਦੀ ਹੈ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਜਿਹੜਾ ਟੀ ਜਾਂ ਕਾਫੀ ਦਾ ਅਸੀਂ ਜਾਂ ਕਾਰਬੋਨੇਟਡ ਬੈਵਰੇजेस ਜੋ ਅਸੀਂ ਕੋਲਡ ਡਰਿੰਕ ਪੀਂਦੇ ਆ, ਉਹ ਨਹੀਂ ਪੀਣੇ ਚਾਹੀਦੇ। ਜਿੰਨਾ ਤੁਸੀਂ ਇਹਨਾਂ ਚੀਜ਼ਾਂ ਨੂੰ ਘਟਾ ਸਕਦੇ ਹੋ ਸਾਡੀ ਬੋਡੀ ਦੇ ਲਈ ਕੀ ਹੈ ਓਨਾ ਹੀ ਫਾਇਦਾ ਹੈ, ਬਿਕਾਜ਼ ਇਹ ਚੀਜ਼ਾਂ ਸਾਡੀ ਬੋਡੀ ਦੇ ਵਿੱਚ ਹੀਟ ਪੈਦਾ ਕਰਦੀਆਂ ਨੇ, ਗਰਮੀ ਪੈਦਾ ਕਰਦੀਆਂ ਨੇ। ਬਿਕਾਜ਼ ਦੇਖੋ, ਅਸੀਂ ਚਾਹ ਪੀਂਦੇ ਆ ਸਰਦੀਆਂ ਦੇ ਵਿੱਚ,
ਕਿ ਸਾਨੂੰ ਸਰਦੀ ਨਾ ਲੱਗੇ, ਬਟ ਕੀ ਹੈ ਅਸੀਂ ਇੰਨੇ ਹੈਪਚੁਅਲ ਹੋ ਚੁੱਕੇ ਹਾਂ ਕਾਫੀ ਜਾਂ ਟੀ ਆਪਾਂ ਕਹਿੰਦੇ ਆ ਲੈਣ ਦੇ, ਪਰ ਇਹ ਚੀਜ਼ਾਂ ਸਾਡੀ ਬੋਡੀ ਦੇ ਵਿੱਚ ਹੀਟ ਜਿਹੜੀ ਹੈ ਉਹ ਪ੍ਰੋਡਿਊਸ ਕਰਦੀਆਂ ਨੇ। ਸੋ ਇਹਨਾਂ ਦਾ ਜਿਹੜਾ ਇਨਟੇਕ ਹੈ ਉਹ ਘੱਟ ਕਰਨਾ ਚਾਹੀਦਾ। ਦੂਸਰਾ ਹੈ ਜਿਹੜੇ ਅਸੀਂ ਫਾਸਟ ਫੂਡ ਖਾਂਦੇ ਆ, ਫਾਸਟ ਫੂਡ ਕੇ ਕੋਈ ਵੀ ਸਪਾਈਸੀ ਜਿਹੜੀ ਆਪਾਂ ਕਹਿੰਦੇ ਆ ਸਟਰੀਟ ਫੂਡ ਕਹਿ ਲਓ, ਜਾਂ ਕੋਈ ਪੈਕਡ ਫੂਡ ਹੈ ਕਿਸੇ ਵੀ ਫਾਰਮ ਦੇ ਵਿੱਚ, ਜੇ ਆਪਾਂ ਰੈਡੀ ਟੂ ਈਟ ਕਹਿੰਦੇ ਆ ਕਿ ਜਸਟ ਪੈਕੇਟ ਓਪਨ ਕੀਤਾ ਐਂਡ ਉਹਨੂੰ ਅਸੀਂ ਖਾ ਲਿਆ, ਇਹ ਸਾਰੀਆਂ ਚੀਜ਼ਾਂ ਦੇ ਵਿੱਚ ਕੀ ਹੈ ਜੀ, ਸ਼ੂਗਰ ਬਹੁਤ ਜ਼ਿਆਦਾ ਹੁੰਦੀ ਹੈ ਐਂਡ ਈਵਨ ਜਿਹੜੇ ਟਰਾਂਸ ਫੈਟਸ ਹੈ ਉਹ ਬਹੁਤ ਜ਼ਿਆਦਾ ਹੁੰਦੇ ਆ। ਔਰ ਜਿਹੜੇ ਫੈਟ ਹੈ ਇਹਦੇ ਨਾਲ ਕੀ ਹੈ, ਇਹਨਾਂ ਨੂੰ ਡਾਈਜੈਸਟ ਹੋਣ ਲਈ ਵੀ ਸਾਡੀ ਬੋਡੀ ਜਿਹੜਾ ਹੈ ਉਹ ਜ਼ਿਆਦਾ એનર્ਜੀ ਲਗਾਉਂਦੀ ਹੈ। ਜੇ ਆਪਾਂ ਨੌਨ ਵੈਜ ਕਹਿ ਲਈਏ, ਗਰਮੀਆਂ ਦੇ ਵਿੱਚ ਦੇਖੋ ਲੋਕੀ ਜ਼ਿਆਦਾਤਰ ਨੌਨ ਵੈਜ ਖਾਣਾ ਅਵੋਇਡ ਕਰਦੇ ਆ, ਕਾਰਨ ਕੀ ਹੈ ਕਿ ਉਹਨੂੰ ਡਾਈਜੈਸਟ ਹੋਣ ਲਈ ਟਾਈਮ ਲੱਗਦਾ ਹੈ, ਸਾਡੀ ਬੋਡੀ ਨੂੰ ਜ਼ਿਆਦਾ ਕੰਮ ਕਰਨਾ ਪੈਂਦਾ, ਉਸ ਦੇ ਨਾਲ ਕੀ ਹੈ ਬੋਡੀ 'ਚ ਜਿਹੜੀ ਹੈ ਇੱਕ ਹੀਟ ਪੈਦਾ ਹੁੰਦੀ ਹੈ। ਇਸੇ ਕਰਕੇ ਜਾਂ ਕਹਿ ਦਿੰਦੇ ਆ ਜੀ ਨਟਸ ਨਾ ਖਾਓ, ਇਹ ਚੀਜ਼ਾਂ ਗਰਮ ਹੁੰਦੀਆਂ ਨੇ। ਗਰਮ ਹੋਣ ਦਾ ਮਤਲਬ ਹੈ ਕਿ ਇਹਨਾਂ ਜਿਹੜੀਆਂ ਇਹ ਚੀਜ਼ਾਂ ਸਾਡੀ ਬੋਡੀ 'ਚ ਜਦੋਂ ਡਾਈਜੈਸਟ ਹੁੰਦੀਆਂ ਨੇ ਉਸ ਤੋਂ ਬਾਅਦ ਹੀਟ ਪੈਦਾ ਹੁੰਦੀ ਹੈ। ਔਰ ਆਲਰੇਡੀ ਅਸੀਂ ਗਰਮੀ ਦੇ ਵਿੱਚ ਹਾਂ, ਅਸੀਂ ਪਾਣੀ ਦਾ ਇਨਟੇਕ ਠੀਕ ਨਹੀਂ ਲੈ ਰਹੇ ਔਰ ਉੱਪਰੋਂ ਅਸੀਂ ਇਦਾਂ ਦੀਆਂ ਚੀਜ਼ਾਂ ਦਾ ਸੇਵਨ ਕਰ ਰਹੇ ਹਾਂ, ਤਾਂ ਇਸ ਕਰਕੇ ਸਾਡੀ ਬੋਡੀ ਦਾ ਨੁਕਸਾਨ ਹੋ ਸਕਦਾ ਹੈ। ਔਰ ਇਸ ਤੋਂ ਅਗਲੀ ਗੱਲ ਇਹ ਹੈ ਕਿ ਜਿਹੜੇ ਮੈਂ ਜਿਸ ਤਰ੍ਹਾਂ ਪਹਿਲਾਂ ਕਿਹਾ ਕਿ ਨੌਨ ਵੈਜ ਦਾ ਇਨਟੇਕ ਜਾਂ ਆਪਾਂ ਕਹਿੰਦੇ ਹਾਂ ਜ਼ਿਆਦਾ ਨਟਸ ਹੈ, ਜਿਹੜੇ ਡਰਾਈ ਫਰੂਟਸ ਹੈ, ਉਹਦਾ ਇਨਟੇਕ ਨਾ ਕਰੋ। ਔਰ ਈਵਨ ਕਿ ਆਪਾਂ ਹਮੇਸ਼ਾ ਰਿਕਮੈਂਡ ਕੀਤਾ ਜਾਂਦਾ ਹੈ ਕਿ ਜਦੋਂ ਵੀ ਤੁਸੀਂ ਬਦਾਮ ਖਾਣੇ ਆ ਹਮੇਸ਼ਾ ਉਹਨਾਂ ਨੂੰ ਭਿਉਂ ਕੇ ਖਾਓ। ਉਹਦਾ ਕੀ ਕਾਰਨ ਹੁੰਦਾ ਹੈ ਕਿ ਆਪਾਂ ਪੰਜਾਬੀ ਜਿਵੇਂ ਕਹਿੰਦੇ ਆ ਉਹਨਾਂ ਦੀ ਜਿਹੜੀ ਤਸੀਰ ਹੈ ਉਹ ਠੰਡੀ ਹੋ ਜਾਂਦੀ ਹੈ ਅਗਰ ਅਸੀਂ ਉਹਨਾਂ ਨੂੰ ਪਾਣੀ 'ਚ ਭਿਉਂ ਕੇ ਰੱਖਦੇ ਹਾਂ। ਬਟ ਸਾਇੰਟੀਫਿਕਲੀ ਇਹਦਾ ਇਹ ਰੀਜ਼ਨ ਹੁੰਦਾ ਹੈ ਕਿ ਜਿਹੜੀ ਉਹਦੇ ਵਿੱਚ ਨਿਊਟ੍ਰੀਐਂਟਸ ਹੁੰਦੇ ਆ, ਤੱਤ ਹੁੰਦੇ ਆ, ਉਹਨਾਂ ਦੀ ਜਿਹੜੀ ਅਵੇਲੇਬਿਲਿਟੀ ਆ ਉਹ ਬੈਟਰ ਹੋ ਜਾਂਦੀ ਹੈ ਅਗਰ ਅਸੀਂ ਉਹਨਾਂ ਨੂੰ ਭਿਉਂ ਕੇ ਖਾਂਦੇ ਹਾਂ। ਔਰ ਇਸੇ ਤਰ੍ਹਾਂ ਜਿਹੜੇ ਪੁਰਾਣੇ ਟਾਈਮ ਦੇ ਵਿੱਚ ਸ਼ਾਇਦ ਤੁਸੀਂ ਇਸ ਚੀਜ਼ ਨੂੰ ਕਦੇ ਆਬਜ਼ਰਵ ਕੀਤਾ ਹੋਊਗਾ, ਪੁਰਾਣੇ ਸਮਿਆਂ ਦੇ ਵਿੱਚ ਕੀ ਹੈ ਜਿਹੜੇ ਅਸੀਂ ਮੈਂਗੋਜ਼ ਖਾਂਦੇ ਆ, ਅੰਬ ਖਾਂਦੇ ਆ, ਉਹਨਾਂ ਨੂੰ ਵੀ ਕੀ ਹੈ ਪਹਿਲਾਂ ਪਾਣੀ ਦੇ ਵਿੱਚ ਡਿਪ ਕਰਕੇ ਰੱਖਿਆ ਜਾਂਦਾ ਸੀ ਇੱਕ ਖਾਣ ਤੋਂ ਅੱਧਾ ਘੰਟਾ ਜਾਂ 1 ਘੰਟੇ ਪਹਿਲਾਂ, ਕਿਉਂਕਿ ਉਹਦੇ ਵਿੱਚ ਵੀ ਕੁਝ ਏਦਾਂ ਦੇ ਜਿਹੜੇ ਕੈਮੀਕਲਸ ਹੁੰਦੇ ਆ ਕਿ ਜਦੋਂ ਅਸੀਂ ਉਹਨਾਂ ਨੂੰ ਪਾਣੀ 'ਚ ਭਿਉਂ ਕੇ ਰੱਖਦੇ ਆ ਤਾਂ ਉਹ ਕੀ ਹੈ ਰਿਲੀਜ਼ ਹੋ ਜਾਂਦੇ, ਨਿਕਲ ਜਾਂਦੇ ਆ, ਜਿਸ ਕਰਕੇ ਆਪਾਂ ਦੇਖੋ ਇਹ ਸੁਣਦੇ ਆ ਕਿ ਜੇ ਅਸੀਂ ਜ਼ਿਆਦਾ ਮੈਂਗੋਜ਼ ਖਾ ਲੈਣੇ ਸਾਨੂੰ ਐਕਨੇ ਜਾਂ ਪਿੰਪਲਸ ਦੀ ਪ੍ਰੋਬਲਮ ਹੋ ਜਾਂਦੀ ਆ, ਉਹਦਾ ਕਾਰਨ ਇਹੀ ਹੈ। ਸੋ ਇਸ ਕਰਕੇ ਓਵਰਆਲ ਜੇ ਆਪਾਂ ਗੱਲ ਕਰੀਏ ਕਿ ਗਰਮੀਆਂ ਦੇ ਵਿੱਚ ਬੈਟਰ ਹੈ ਕਿ ਅਸੀਂ ਇੱਕ ਤਾਂ ਲਾਈਟ ਖਾਣਾ ਖਾਈਏ, ਜ਼ਿਆਦਾ ਸਪਾਈਸੀ ਨਾ ਖਾਈਏ, ਔਰ ਜਿਹੜੀਆਂ ਚੀਜ਼ਾਂ ਸਾਡੀ ਬੋਡੀ ਦੇ ਲਈ ਕੂਲੈਂਟ ਇਫੈਕਟ ਦਿੰਦੀਆਂ ਨੇ ਜਿਵੇਂ ਕਿ ਲਿਕੁਇਡਸ ਹੋ ਗਏ, ਫਰੂਟਸ ਹੋ ਗਏ ਜਾਂ ਫਰੈਸ਼ ਜੂਸਿਸ ਹੋ ਗਏ, ਉਹ ਚੀਜ਼ਾਂ ਸਾਨੂੰ ਖਾਣੀਆਂ ਚਾਹੀਦੀਆਂ। ਔਰ ਜਿੰਨੀਆਂ ਵੀ ਪਲਾਂਟ ਬੇਸਡ ਚੀਜ਼ਾਂ ਨੇ ਲਾਈਕ ਪ੍ਰੋਟੀਨ ਦੇ ਵਿੱਚ ਆਪਾਂ ਪਲਸਸ ਲੈ ਸਕਦੇ ਹਾਂ। ਸੋ ਦੇਖੋ ਐਗ ਵੀ ਖਾ ਸਕਦੇ ਹਾਂ ਬਟ ਉਹ ਇਹ ਹੈ ਕਿ ਇਨ ਲਿਮਿਟਡ ਅਮਾਊਂਟ, ਇਹ ਨਹੀਂ ਹੈ ਕਿ ਆਪਾਂ ਐਵਰੀ ਡੇ। ਉਹਦੇ ਨਾਲ ਹੀ ਹੈ ਕਿ ਧਿਆਨ ਰੱਖਿਆ ਜਾਵੇ ਕਿ ਤੁਹਾਡਾ ਜਿਹੜਾ ਪਾਣੀ ਦਾ ਇਨਟੇਕ ਹੈ ਉਹ ਕਿਸ ਤਰ੍ਹਾਂ ਦਾ ਹੈ, ਤਾਂ ਜੋ ਆਉਣ ਵਾਲੇ ਸਮੇਂ 'ਚ ਦੇਖੋ ਹਾਲੇ 2-3 ਮਹੀਨਿਆਂ ਦੇ ਵਿੱਚ ਜਿਹੜੀ ਹੈ ਗਰਮੀ ਹੋਰ ਵੀ ਜ਼ਿਆਦਾ ਵਧਣੀ ਹੈ, ਕਿ ਅਸੀਂ ਆਪਣਾ ਬਚਾਅ ਕਰ ਸਕੀਏ। ਹਮੇਸ਼ਾ ਆਪਣੇ ਆਪ ਨੂੰ ਜਿਹੜਾ ਹੈ ਪਾਣੀ ਪੀ ਕੇ ਹਮੇਸ਼ਾ ਹਾਈਡਰੇਟ ਕਰਕੇ ਰੱਖੋ ਤਾਂ ਜੋ ਇਸ ਗਰਮੀ ਕਰਕੇ ਤੁਹਾਡਾ ਕੋਈ ਵੀ ਨੁਕਸਾਨ ਨਾ ਹੋ ਸਕੇ। ਮੰਨ ਲਓ ਕੋਈ ਬੰਦਾ ਜਦ ਆਪਾਂ ਕਹਿੰਦੇ ਪਰਸਨ ਹੈ ਜੋ ਕੋਈ ਫਿਜ਼ੀਕਲ ਐਕਟੀਵਿਟੀ ਕਰਦਾ, ਇੰਟੈਂਸ ਕੋਈ ਵਰਕਆਊਟ ਕਰਦਾ, ਤਾਂ ਉਹਦਾ ਜਿਹੜਾ ਕਿਉਂਕਿ ਉਹਨੂੰ ਸਵੈਟਿੰਗ ਵੀ ਜ਼ਿਆਦਾ ਹੋਊਗੀ, ਇਹ ਡਿਪੈਂਡ ਕਰਦਾ ਕਿ ਤੁਹਾਡਾ ਐਕਸਪੋਜ਼ਰ ਕਿੰਨਾ ਹੈ ਧੁੱਪ ਦੇ ਵਿੱਚ, ਗਰਮੀ ਦੇ ਵਿੱਚ, ਉਸੇ ਹਿਸਾਬ ਨਾਲ ਤੁਹਾਡਾ ਜਿਹੜਾ ਲਿਕੁਇਡ ਇਨਟੇਕ ਹੈ ਉਹ ਜ਼ਿਆਦਾ ਹੋਏਗਾ, ਕਿਉਂਕਿ ਤੁਹਾਨੂੰ ਜਿੰਨਾ ਤੁਸੀਂ ਗਰਮੀ ਦੇ ਵਿੱਚ ਬਾਹਰ ਜਾਓਗੇ ਜਾਂ ਜਿੰਨਾ ਤੁਸੀਂ ਵਰਕਆਊਟ ਕਰ ਰਹੇ ਹੋ ਤੁਹਾਨੂੰ ਓਨਾ ਪਸੀਨਾ ਆਏਗਾ, ਤਾਂ ਤੁਹਾਡੀ ਬੋਡੀ ਦੇ ਵਿੱਚ ਕੀ ਹੈ ਜਿਹੜਾ ਉਹ ਫਲੂਇਡ ਦੀ ਕਮੀ ਹੋਏਗੀ, ਇਲੈਕਟ੍ਰੋਲਾਈਟਸ ਦੀ ਕਮੀ ਹੋਵੇਗੀ, ਤਾਂ ਉਹਨੂੰ ਪੂਰਾ ਕਰਨ ਲਈ ਤੁਸੀਂ ਜਿਹੜਾ ਹੈ ਲਿਕੁਇਡ ਇਨਟੇਕ ਕਰੋਗੇ। ਨਾਰਮਲ ਕਰਨ ਲਈ ਆਪਾਂ ਨੂੰ ਪੀਣਾ ਪੈਣਾ। ਸੋ ਜਨਰਲੀ ਜਿਵੇਂ ਮੈਂ ਪਹਿਲਾਂ ਦੱਸਿਆ ਸੀ ਕਿ ਇੱਕ ਇਨਸਾਨ ਲਈ ਨਾਰਮਲ ਹੈ 10 ਤੋਂ 12 ਗਲਾਸ। ਜੇ ਆਪਾਂ ਕਹੀਏ ਸਿਰਫ ਗਰਮੀਆਂ 'ਚ ਨਹੀਂ, ਈਵਨ ਸਰਦੀਆਂ ਦੇ ਵਿੱਚ ਵੀ ਸਾਡੀ ਇੱਕ ਬੇਸਿਕ ਰਿਕੁਆਇਰਮੈਂਟ ਹੈ। ਬਟ ਜਿੰਨਾ ਜ਼ਿਆਦਾ ਸਾਡਾ ਐਕਸਪੋਜ਼ਰ ਸਨ ਦੇ ਵਿੱਚ ਹੋਏਗਾ, ਧੁੱਪ 'ਚ ਹੋਏਗਾ, ਓਨੀ ਹੀ ਜਿਹੜੀ ਸਾਡੀ ਪਾਣੀ ਦੀ ਰਿਕੁਆਇਰਮੈਂਟ ਹੈ ਬੋਡੀ ਦੇ ਲਈ ਉਹ ਵਧੇਗੀ। ਕਿ ਜਿਵੇਂ ਅਸੀਂ ਜਿਹੜਾ ਜ਼ਿਆਦਾ ਸਾਲਟੀ ਚੀਜ਼ਾਂ ਕਹਿ ਲਈਏ ਜਾਂ ਜਿਹੜੀਆਂ ਬੇਕਰੀ ਦੀਆਂ ਚੀਜ਼ਾਂ ਨੇ, ਫਾਸਟ ਫੂਡ ਹੈ, ਸਪਾਈਸੀ ਫੂਡ ਹੈ, ਇਹ ਸਾਰੀਆਂ ਚੀਜ਼ਾਂ, ਟੀ ਹੈ, ਕੌਫੀ ਹੈ, ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਬੋਡੀ ਦੇ ਵਿੱਚ ਮਤਲਬ ਕਿ ਡੀਹਾਈਡਰੇਸ਼ਨ ਦਾ ਕਾਰਨ ਬਣਦੀਆਂ ਨੇ, ਬਿਕਾਜ਼ ਇਹਨਾਂ ਚੀਜ਼ਾਂ ਦੇ ਨਾਲ ਬੋਡੀ ਦੇ ਵਿੱਚ ਹੀਟ ਪੈਦਾ ਹੁੰਦੀ ਹੈ।
ਸੋ ਜਿੰਨੀ ਤੁਹਾਡੀ ਬੋਡੀ ਦੇ ਵਿੱਚ ਹੀਟ ਹੋਏਗੀ, ਤੁਸੀਂ ਪਾਣੀ ਘੱਟ ਪੀਓਗੇ ਤਾਂ ਆਟੋਮੈਟਿਕਲੀ ਜਿਹੜਾ ਹੈ ਤੁਹਾਡਾ ਡਾਈਜੈਸਟਿਵ ਸਿਸਟਮ ਵੀ ਖਰਾਬ ਹੋਊਗਾ। ਤੁਹਾਨੂੰ ਜਿਵੇਂ ਆਪਾਂ ਕਹਿੰਦੇ ਹਾਂ ਡਾਇਰੀਆ ਜਾਂ ਵੋਮਿਟਿੰਗ ਇਦਾਂ ਦੀ ਜਿਹੜੀ ਪ੍ਰੋਬਲਮ ਹੈ, ਬਿਕਾਜ਼ ਸਾਡਾ ਜਿਹੜਾ ਡਾਈਜੈਸਟਿਵ ਸਿਸਟਮ ਹੈ ਗਰਮੀ ਦੇ ਵਿੱਚ ਉਹ ਵੀ ਕੀ ਹੈ ਥੋੜਾ ਆਪਾਂ ਕਹ ਲਈਏ ਸਲੋ ਹੋ ਜਾਂਦਾ ਹੈ ਜਾਂ ਉਹਨਾਂ ਸਟਰੋਂਗਲੀ ਕੰਮ ਨਹੀਂ ਕਰ ਪਾਉਂਦਾ। ਇਸੇ ਕਰਕੇ ਗਰਮੀਆਂ ਦੇ ਵਿੱਚ ਰਿਕਮੈਂਡ ਕੀਤਾ ਜਾਂਦਾ ਹੈ ਕਿ ਹਮੇਸ਼ਾ ਹਲਕਾ ਖਾਣਾ ਖਾਓ ਔਰ ਲਿਕੁਇਡਸ ਦਾ ਇਨਟੇਕ ਹੈ ਜਿਹੜਾ ਹੈ ਉਹ ਜ਼ਿਆਦਾ ਰੱਖੋ। ਥੋੜੀ ਦੇਰ ਬਾਅਦ ਜਿਵੇਂ 2 ਤੋਂ 3 ਘੰਟਿਆਂ ਬਾਅਦ ਕੁਛ ਨਾ ਕੁਛ ਤੁਸੀਂ ਜਿਹੜਾ ਹਲਕਾ ਸਨੈਕਸ ਦੇ ਰੂਪ ਦੇ ਵਿੱਚ ਫਰੂਟਸ ਦਾ ਇਨਟੇਕ ਜ਼ਿਆਦਾ ਰੱਖੋ, ਲੈਮਨ ਦਾ ਇਨਟੇਕ ਰੱਖੋ, ਬਿਕਾਜ਼ ਲੈਮਨ ਦੇ ਵਿੱਚ ਕੀ ਹੈ ਵਿਟਾਮਿਨ ਸੀ ਵੀ ਹੈ, ਪੋਟਾਸ਼ੀਅਮ ਵੀ ਹੈ ਔਰ ਵਿਟਾਮਿਨ ਸੀ ਹੈ ਕਿ ਸਾਡੀ ਬੋਡੀ ਦੀ ਇਮਿਊਨਿਟੀ ਲਈ ਬਹੁਤ ਅੱਛਾ ਹੈ ਕਿ ਜਿਹੜੀਆਂ ਕੋਈ ਵੀ ਸਾਨੂੰ ਇਨਫੈਕਸ਼ਨਸ ਹੁੰਦੀਆਂ ਨੇ ਉਹਦੇ ਅਗੇਂਸਟ ਸਾਡੀ ਬੋਡੀ ਨੂੰ ਕੀ ਹੈ ਉਹ ਸਟਰੋਂਗ ਬਣਾਉਂਦਾ। ਸੋ ਵਾਟਰਮੈਲਨ ਸਭ ਤੋਂ ਬੈਸਟ ਹੈ ਜੀ ਅਗਰ ਆਪਾਂ ਗਰਮੀਆਂ 'ਚ ਹੈ। ਇਹਦੇ ਵਿੱਚ ਹੈ ਕਿ ਨਾਰਮਲ ਅਸੀਂ ਜਿਵੇਂ ਸਮੂਦੀਜ਼ ਵੀ ਬਣਾ ਲੈਂਦੇ ਹਾਂ, ਕਰਡ ਯੂਜ਼ ਕਰ ਸਕਦੇ ਹਾਂ, ਮਿਲਕ ਯੂਜ਼ ਕਰ ਸਕਦੇ ਹਾਂ ਕਿ ਜੋ ਸਾਡੀ ਔਰ ਈਵਨ ਪੁਦੀਨਾ ਜਿਹੜਾ ਹੈ ਉਹਦਾ ਵੀ ਇੱਕ ਬੜਾ ਹੀ ਕੂਲੈਂਟ ਇਫੈਕਟ ਹੁੰਦਾ ਹੈ ਬੋਡੀ ਦੇ ਲਈ। ਤਾਂ ਪੁਦੀਨੇ ਨੂੰ ਵੀ ਇਨ ਡਿਫਰੈਂਟ ਫਾਰਮ ਲਾਈਕ ਅਲੱਗ-ਅਲੱਗ ਤਰ੍ਹਾਂ ਦੀਆਂ ਜਿਹੜੀਆਂ ਬੈਵਰੇजेस ਬਣਾਈਆਂ ਜਾਂਦੀਆਂ ਨੇ ਉਹਦੇ ਵਿੱਚ ਅਸੀਂ ਪੁਦੀਨਾ ਵੀ ਹੈ ਜਿਹੜਾ ਯੂਜ਼ ਕਰ ਸਕਦੇ ਹਾਂ। ਕੁਦਰਤ ਵੱਲੋਂ ਜੋ ਚੀਜ਼ਾਂ ਸਾਨੂੰ ਦਿੱਤੀਆਂ ਗਈਆਂ ਉਹ ਬੜੇ ਹੀ ਮਤਲਬ ਇੱਕ ਕਹਿੰਦੇ ਜੀ ਕੁਦਰਤ ਤੋਂ ਜ਼ਿਆਦਾ ਕੋਈ ਸਿਆਣਾ ਨਹੀਂ ਹੈ। ਜਿਵੇਂ ਪਾਣੀ ਆਪਾਂ ਗੱਲ ਕਰੀਏ ਵਾਟਰਮੈਲਨ ਜਿਹੜਾ ਕਿ ਤਰਬੂਜ ਹੈ ਉਹਦੇ ਵਿੱਚ ਜਿਹੜਾ 90% ਆਪਾਂ ਕਹਿ ਲਈਏ ਪਾਣੀ ਹੈ ਔਰ ਇਹ ਚੀਜ਼ਾਂ ਦੇਖੋ ਗਰੋ ਆਪਾਂ ਕਹਿੰਦੇ ਉੱਥੇ ਹੁੰਦੀਆਂ ਜਿੱਥੇ ਪਾਣੀ ਦੀ ਕਮੀ ਹੁੰਦੀ ਹੈ ਕਿ ਕੁਦਰਤ ਵੱਲੋਂ ਇਹ ਚੀਜ਼ਾਂ ਸਾਡੇ ਲਈ ਇਸੇ ਤਰ੍ਹਾਂ ਹੀ ਬਣਾਈਆਂ ਗਈਆਂ ਨੇ ਕਿ ਗਰਮੀ ਦੇ ਵਿੱਚ ਜੋ ਵੀ ਮੈਲਨਸ ਨੇ, ਖਰਬੂਜਾ ਹੈ, ਤਰਬੂਜ ਹੈ, ਮੈਂਗੋ ਹੈ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈ ਉਹ ਇੱਕ ਬੋਡੀ ਲਈ ਕਿ ਇਹਨਾਂ ਵਿੱਚ ਪਾਣੀ ਬਹੁਤ ਜ਼ਿਆਦਾ ਹੁੰਦਾ ਹੈ। ਤੇ ਬਾਕੀ ਅਸੀਂ ਸਬਜ਼ੀਆਂ ਦੀ ਗੱਲ ਕਰ ਲਈਏ ਤਾਂ ਉਹਦੇ ਵਿੱਚ ਦੇਖੋ ਖੀਰਾ ਹੈ, ਆਪਾਂ ਤਰ ਜਿਹੜੀ ਕੱਕੜੀ ਯੂਜ਼ ਕਰਦੇ ਹਾਂ, ਟੋਮੇਟੋਜ਼ ਹੋ ਗਏ, ਕੈਪਸਿਕਮ ਹੋ ਗਿਆ, ਬੀਨਸ ਹੋ ਗਈਆਂ, ਇਹ ਸਾਰੀਆਂ ਜਿਹੜੀਆਂ ਸਬਜ਼ੀਆਂ ਨੇ ਉਹ ਗਰਮੀ ਦੇ ਵਿੱਚ ਜੋ ਮਤਲਬ ਸੀਜ਼ਨਲ ਚੀਜ਼ਾਂ ਅਵੇਲੇਬਲ ਨੇ ਸਾਡੇ ਕੋਲ, ਸਾਨੂੰ ਉਹੀ ਚੀਜ਼ਾਂ ਹਮੇਸ਼ਾ ਖਾਣੀਆਂ ਚਾਹੀਦੀਆਂ ਨੇ ਕਿਉਂਕਿ ਜੋ ਸਬਜ਼ੀਆਂ ਦੇਖੋ ਗਰਮੀ 'ਚ ਨੇ ਉਹ ਸਾਨੂੰ ਸਰਦੀਆਂ 'ਚ ਨਹੀਂ ਮਿਲ ਰਹੀਆਂ, ਜਿਹੜੀਆਂ ਸਰਦੀਆਂ ਵਾਲੀਆਂ ਉਹ ਗਰਮੀ 'ਚ ਨਹੀਂ ਹੁੰਦੀਆਂ। ਸੋ ਮੇਨ ਹੈ ਕਿ ਉਹੀ ਚੀਜ਼ਾਂ ਦਾ ਸਾਨੂੰ ਇਨਟੇਕ ਕਰਨਾ ਚਾਹੀਦਾ ਜਿਨ੍ਹਾਂ ਦੇ ਵਿੱਚ ਕੀ ਹੈ ਵਾਟਰ ਕੰਟੈਂਟ ਜ਼ਿਆਦਾ ਹੈ। ਐਗਜ਼ਾਮਪਲਸ ਨੇ ਜਿਵੇਂ ਨਿੰਬੂ ਪਾਣੀ ਹੈ, ਨਿੰਬੂ ਪਾਣੀ ਅਸੀਂ ਲੈ ਸਕਦੇ ਹਾਂ, ਨਾਰੀਅਲ ਪਾਣੀ ਲੈ ਸਕਦੇ ਹਾਂ, ਆਮ ਪੰਨਾ ਲੈ ਸਕਦੇ ਹਾਂ, ਬਟਰ ਮਿਲਕ ਆਪਾਂ ਲੱਸੀ ਜਾਂ ਛਾਛ ਹੈ ਜਿਹਨੂੰ ਉਹਨੂੰ ਡਾਇਲਿਊਟ ਕਰਕੇ ਲੈ ਸਕਦੇ ਹਾਂ। ਕਈ ਲੋਕ ਜਿਵੇਂ ਦੁੱਧ ਦੀ ਆਪਾਂ ਕੱਚੀ ਲੱਸੀ ਬੋਲਦੇ ਹਾਂ ਕਿ 50-50 ਪੋਰਸ਼ਨ ਦੇ ਵਿੱਚ ਮਿਲਕ ਐਂਡ ਵਾਟਰ ਲੈ ਕੇ ਉਹਨੂੰ ਡਾਇਲਿਊਟ ਕਰਕੇ ਕੱਚੀ ਲੱਸੀ ਵੀ ਜਿਹੜੀ ਹੈ ਉਹ ਯੂਜ਼ ਕੀਤੀ ਜਾਂਦੀ ਹੈ ਔਰ ਬਹੁਤ ਤਰ੍ਹਾਂ ਦੇ ਦੇਖੋ ਜਿਹੜੇ ਸ਼ਰਬਤ ਹੈ ਲੋਕੀ ਉਹ ਵੀ ਯੂਜ਼ ਕਰਦੇ ਬਟ ਕੀ ਹੈ ਉਹਨਾਂ ਦੇ ਵਿੱਚ ਕੀ ਹੈ ਸ਼ੂਗਰ ਕੰਟੈਂਟ ਬਹੁਤ ਜ਼ਿਆਦਾ ਹੁੰਦਾ ਹੈ। ਜਾਂ ਆਪਾਂ ਕਹ ਲਈਏ ਫਰੂਟ ਜਿਹੜਾ ਫਰੈਸ਼ ਜੂਸਸ ਹੈ, ਗੰਨੇ ਦਾ ਜੂਸ ਹੈ, ਜਲ ਜੀਰਾ ਹੈ, ਇਹਨਾਂ ਚੀਜ਼ਾਂ ਦਾ ਜਿਹੜਾ ਇਨਟੇਕ ਹੈ ਉਹ ਸਾਨੂੰ ਗਰਮੀਆਂ ਦੇ ਵਿੱਚ ਕਰਨਾ ਚਾਹੀਦਾ ਹੈ।